ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਬਲਵੀਰ ਕੌਰ ਹੈ ਅਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰਿਆਲਾ ਤਰਨਤਾਰਨ ਵਿਖੇ ਐਜ਼ ਅ ਵੋਕੇਸ਼ਨਲ ਟ੍ਰੇਨਰ ਅਪੈਰਲ ਦੇ ਤੌਰ 'ਤੇ ਸੇਵਾ ਨਿਭਾ ਰਹੀ ਹਾਂ। ਪਿਆਰੇ ਬੱਚਿਓ, ਅੱਜ ਆਪਾਂ ਜਮਾਤ 9ਵੀਂ ਦੇ ਯੂਨਿਟ 1 ਸੰਚਾਰ ਭਾਵ ਕਮਿਊਨੀਕੇਸ਼ਨ ਸਕਿੱਲ, ਇਸ ਦਾ ਸੈਸ਼ਨ 5 ਲਿਖਣ ਵਿੱਚ ਮੁਹਾਰਤ ਭਾਵ ਰਾਈਟਿੰਗ ਸਕਿੱਲ ਅਤੇ ਇਸ ਦਾ ਟੌਪਿਕ ਹੈ ਵਾਕ ਭਾਵ ਸੈਂਟੈਂਸ, ਇਸ ਬਾਰੇ ਪੜ੍ਹਾਂਗੇ ਅਤੇ ਇਸ ਵੀਡੀਓ ਰਾਹੀਂ ਇਸ ਬਾਰੇ ਭਰਪੂਰ ਜਾਣਕਾਰੀ ਲਵਾਂਗੇ। ਲਿਖਣ ਦੀ ਮੁਹਾਰਤ ਕਿਉਂ ਜ਼ਰੂਰੀ ਹੈ ਜਾਂ ਇਸ ਦੀ ਕੀ ਜ਼ਰੂਰਤ ਹੈ? ਤੁਸੀਂ ਸ਼ਾਇਦ ਹਰ ਸਮੇਂ ਸੰਚਾਰ ਬਾਰੇ ਲੋਕਾਂ ਨੂੰ ਗੱਲਾਂ ਕਰਦਿਆਂ ਸੁਣਦੇ ਹੋ। ਹਰ ਕਿਸੇ ਨੂੰ ਇਸ ਦੀ ਜ਼ਰੂਰਤ ਹੈ ਅਤੇ ਉਹ ਸੰਚਾਰ ਚਾਹੁੰਦੇ ਵੀ ਹਨ, ਪਰ ਸੰਚਾਰ ਅਸਲ ਵਿੱਚ ਹੈ ਕੀ? ਆਓ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਸੰਚਾਰ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਜਾਂ ਸਮੂਹ ਵਿੱਚ ਇੱਕ ਸਾਂਝੀ ਸਮਝ ਤੱਕ ਪਹੁੰਚਣ ਲਈ ਜਾਣਕਾਰੀ ਨੂੰ ਸਾਂਝਾ ਕਰਨਾ ਹੈ। ਸਹੀ ਸੰਚਾਰ ਕਰਨ ਲਈ ਸਾਨੂੰ ਭਾਸ਼ਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਗਲਤ ਭਾਸ਼ਾ, ਅਣਜਾਣ ਭਾਸ਼ਾ ਅਤੇ ਵਿਸਥਾਰ ਦੀ ਘਾਟ ਕਾਰਨ ਸਹੀ ਸੰਚਾਰ ਨਹੀਂ ਹੋ ਸਕਦਾ। ਬੱਚਿਓ, ਕਿਸੇ ਵੀ ਪੇਸ਼ੇ ਵਿੱਚ ਜਾਂ ਕਾਰੋਬਾਰ ਨੂੰ ਸਥਾਪਿਤ ਕਰਨ ਲਈ ਸੰਚਾਰ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਜੋ ਆਪਣਾ ਟੌਪਿਕ ਹੈ, ਲਿਖਣ ਵਿੱਚ ਮੁਹਾਰਤ, ਇਸ ਦੀ ਜ਼ਰੂਰਤ ਕਿਉਂ ਹੈ ਜਾਂ ਸਾਨੂੰ ਇਸ ਵਿੱਚ ਨਿਪੁੰਨ ਕਿਉਂ ਹੋਣਾ ਚਾਹੀਦਾ ਹੈ? ਕਿਉਂਕਿ ਜਦੋਂ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਤੇ ਇੱਕ ਵਿਦਿਆਰਥੀ ਵਜੋਂ ਤੁਹਾਨੂੰ ਸੰਚਾਰ ਕਰਨ ਲਈ ਚੰਗੀ ਤਰ੍ਹਾਂ ਪੜ੍ਹਨ, ਲਿਖਣ, ਬੋਲਣ ਅਤੇ ਸੁਣਨ ਦੇ ਯੋਗ ਹੋਣਾ ਪਵੇਗਾ। ਇਸ ਲਈ ਸਾਨੂੰ ਭਾਸ਼ਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਅਤੇ ਭਾਸ਼ਾ ਨੂੰ ਜਾਣਨ ਲਈ ਸਾਨੂੰ ਭਾਸ਼ਾ ਦੀਆਂ ਇਕਾਈਆਂ ਨੂੰ ਸਮਝਣਾ ਪਵੇਗਾ। ਆਓ ਹੁਣ ਆਪਾਂ ਭਾਸ਼ਾ ਦੇ ਅਤੇ ਭਾਸ਼ਾ ਦੀਆਂ ਵੱਖ-ਵੱਖ ਇਕਾਈਆਂ ਬਾਰੇ ਜਾਣਕਾਰੀ ਹਾਸਲ ਕਰੀਏ। ਬੱਚਿਓ, ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਧੁਨੀ ਹੁੰਦੀ ਹੈ ਅਤੇ ਵੱਡੀ ਤੋਂ ਵੱਡੀ ਇਕਾਈ ਵਾਕ ਹੁੰਦੀ ਹੈ। ਤੁਸੀਂ ਸਾਰੇ ਜਾਣਦੇ ਹੀ ਹੋ ਕਿ ਕੋਈ ਵੀ ਭਾਸ਼ਾ ਹੈ, ਉਸ ਦੀਆਂ ਕਈ ਇਕਾਈਆਂ ਹੁੰਦੀਆਂ ਹਨ ਅਤੇ ਜਦੋਂ ਆਪਾਂ ਕੋਈ ਭਾਸ਼ਾ ਬੋਲਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਮੂੰਹ ਰਾਹੀਂ, ਨੱਕ ਰਾਹੀਂ ਕੁਝ ਧੁਨੀਆਂ ਆਵਾਜ਼ਾਂ ਨਿਕਲਦੀਆਂ ਹਨ। ਉਹ ਆਵਾਜ਼ਾਂ ਸ਼ਬਦਾਂ ਦਾ ਰੂਪ ਲੈਂਦੀਆਂ ਹਨ ਅਤੇ ਆਪਾਂ ਆਪਣੀ ਗੱਲ ਪੂਰੀ ਕਰਨ ਦੇ ਵਾਸਤੇ ਇੱਕ ਪੂਰਾ ਸੈਂਟੈਂਸ ਬੋਲਦੇ ਹਾਂ, ਵਾਕ ਬੋਲਦੇ ਹਾਂ, ਜੋ ਕਿ ਸ਼ਬਦਾਂ ਦਾ ਸੁਮੇਲ ਹੁੰਦਾ ਹੈ। ਸੋ ਇਸ ਤੋਂ ਪਤਾ ਲੱਗਦਾ ਹੈ ਕਿ ਧੁਨੀਆਂ ਤੋਂ ਸ਼ਬਦ ਬਣਦੇ ਹਨ ਅਤੇ ਸ਼ਬਦਾਂ ਤੋਂ ਵਾਕ ਬਣਦੇ ਹਨ। ਜੋ ਧੁਨੀ ਹੈ ਉਹ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ। ਧੁਨੀਆਂ ਤੋਂ ਸ਼ਬਦ ਬਣਦੇ ਹਨ ਅਤੇ ਸ਼ਬਦਾਂ ਤੋਂ ਵਾਕ ਬਣਦੇ ਹਨ। ਸੋ ਵਾਕ ਕੀ ਹੈ? ਭਾਸ਼ਾ ਦੀ ਸਭ ਤੋਂ ਵੱਡੀ ਇਕਾਈ। ਜੇਕਰ ਆਪਾਂ ਵਾਕ ਨੂੰ ਪਰਿਭਾਸ਼ਿਤ ਕਰੀਏ ਤਾਂ ਵਾਕ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਹੈ ਅਤੇ ਇਹ ਸ਼ਬਦਾਂ ਤੋਂ ਬਣਦੇ ਹਨ। ਜਦੋਂ ਆਪਾਂ ਕੋਈ ਵੀ ਭਾਸ਼ਾ ਬੋਲਦੇ ਹਾਂ ਤਾਂ ਧੁਨੀਆਂ ਬਣਦੀਆਂ ਹਨ। ਇਹਨਾਂ ਧੁਨੀਆਂ ਤੋਂ ਸ਼ਬਦ ਬਣਦੇ ਹਨ ਅਤੇ ਸ਼ਬਦਾਂ ਦੇ ਸੁਮੇਲ ਤੋਂ ਵਾਕ ਬਣਦੇ ਹਨ। ਇਸ ਗੱਲ ਨੂੰ ਆਪਾਂ ਚੰਗੀ ਤਰ੍ਹਾਂ ਸਮਝ ਲਿਆ ਹੈ। ਇਸ ਲਈ ਆਪਾਂ ਵਾਕ ਦੀ ਪਰਿਭਾਸ਼ਾ ਸਹੀ ਤਰੀਕੇ ਨਾਲ ਇਹੀ ਦੇਵਾਂਗੇ ਕਿ ਇਹ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਹੈ ਅਤੇ ਇਹ ਸ਼ਬਦਾਂ ਦੇ ਸੁਮੇਲ ਤੋਂ ਬਣਦੇ ਹਨ। ਆਓ ਬੱਚਿਓ, ਹੁਣ ਆਪਾਂ ਇੱਕ ਵਾਕ ਦੇ ਵੱਖ-ਵੱਖ ਹਿੱਸਿਆਂ ਨੂੰ ਜਾਣੀਏ। ਜਿਵੇਂ ਕਿ ਤੁਸੀਂ ਅੰਗਰੇਜ਼ੀ ਦੀਆਂ ਕਲਾਸਾਂ ਵਿੱਚ ਸਿੱਖਿਆ ਹੈ, ਲਗਭਗ ਸਾਰੇ ਅੰਗਰੇਜ਼ੀ ਵਾਕਾਂ ਵਿੱਚ ਇੱਕ ਵਾਕ ਦਾ ਵਿਸ਼ਾ ਹੁੰਦਾ ਹੈ, ਇੱਕ ਕਿਰਿਆ ਹੁੰਦੀ ਹੈ ਅਤੇ ਕਈਆਂ ਕੋਲ ਇੱਕ ਵਸਤੂ ਵੀ ਹੁੰਦੀ ਹੈ। ਵਿਸ਼ਾ ਉਹ ਵਸਤੂ, ਵਿਅਕਤੀ ਜਾਂ ਚੀਜ਼ ਹੁੰਦਾ ਹੈ ਜੋ ਕੋਈ ਕਿਰਿਆ ਕਰਦੀ ਹੈ। ਬੱਚਿਓ, ਜਿਵੇਂ ਕਿ ਆਪਾਂ ਆਪਣੇ ਜਾਣਦੇ ਹਾਂ ਕਿ ਇੱਕ ਵਾਕ ਦੇ 3 ਹਿੱਸੇ ਹੁੰਦੇ ਹਨ, ਮੁੱਖ 3 ਪਾਰਟ ਹੁੰਦੇ ਹਨ। ਪਹਿਲਾ ਵਿਸ਼ਾ ਹੁੰਦਾ ਹੈ। ਵਿਸ਼ੇ ਤੋਂ ਭਾਵ ਕਿ ਜੋ ਕੰਮ ਕਰਨ ਵਾਲਾ ਹੈ।
जो काम कर रहा है ਜਾਂ जो ਕਿਰਿਆ कर रहा है उस नूं विशा कहा जाता है। उस तो बाद अगला हिस्सा है किरिया। वाक के दूसरे हिस्से नूं किरिया कहा जाता है। किरिया एक किरिया का वर्णन करती है जिस विच कुछ काम दे होण दा पता लगता है। इस तो भाव है कि जो वाक दे विच कोई काम हो रहा है उस नूं किरिया कहा जाता है। इस तो बाद बच्चों वाक के तीसरे हिस्से नूं आपां ऑब्जैक्ट कहंदे हन। ऑब्जैक्ट वो व्यक्ति या चीज़ है जो किरिया प्राप्त करती है। सो इदां आपां पढ़िया कि वाक के 3 हिस्से हैं। जो पहला हिस्सा है विशा अते दूसरा किरिया ते तीसरा किहड़ा है ऑब्जैक्ट। हुण आपां एक उदाहरण दे राहीं वाक दे इन्हां वख-वख हिस्सिਆਂ ਨੂੰ जाणांगे। आओ उदाहरण पढ़िए। दिव्या एक किताब पढ़ती है। इस विच विशा की है दिव्या। काम कौन कर रहा है दिव्या। इस विच क्रिया की हो रही है पढ़ती है। अते ऑब्जैक्ट इस विच की है एक किताब। सो जिवें आपां के पढ़िया है हरेक वाक दे मुख किन्ने भाग हुंदे हन 3 भाग हुंदे हन विशा क्रिया अते ऑब्जैक्ट। वाक दे विच जो काम करदा है उस नूं विशा कहंदे हन अते वाक दे विच काम दे होण दा पता लगे उस नूं की कहंदे हन क्रिया। ते जिस उपर काम कीता जांदा है जां जो क्रिया नूं प्राप्त करदा है उस नूं ऑब्जैक्ट कहंदे हन। इसे तरह उदाहरण विच वेखो काम किस द्वारा हो रहा है। काम दिव्या दे द्वारा हो रहा है ते दिव्या की है विशा। हुण इस विच क्रिया की है की काम हो रहा है पढ़न दा काम हो रहा है भाव पढ़ती है। पढ़ती है नूं आपां की आखांगे ये वाक दी क्रिया है। इस तो अगे ऑब्जैक्ट। वाक विच तीसरा हिस्सा है इसका ऑब्जैक्ट। वाक विच जिस उत्ते काम होया होवे काम किस उपर होया है एक किताब ये वाक दा की बन गया ऑब्जैक्ट। सो बच्चों तुहानूं ये पूरी तरह क्लीयर हो गया होएगा कि वाक दे 3 हिस्से हुंदे हन मेन विशा क्रिया अते ऑब्जैक्ट। इस उदाहरण नूं चंगी तरह समझ लो। इस विच विशा भी है क्रिया भी है अते ऑब्जैक्ट भी है। विषय दे ਵੱਖ-ਵੱਖ अंगां बारे आपां उदाहरणां सहित जानकारी लवांगे। चंगी तरह इन्हां नूं समझण वास्ते आपां उदाहरणां पढ़ांगे कि विषय वाक दे विच विशा क्रिया अते ऑब्जैक्ट किवें काम करदे हन। जिवें पहली उदाहरण है मैं एक सेब खाधा। इस विच विशा कौन है मैं ते की काम हो रहा है की क्रिया हो रही है खाण दी क्रिया हो रही है खाधा ते किस उपर काम हो रहा है एक सेब एक ही हो गया वाक दा ऑब्जैक्ट। दूसरे वाक विच वेखो उसने रात दा खाना पकाया। इस विच विशा की है कौन काम कर रहा है उसने ते की क्रिया हो रही है पकाउण दी क्रिया हो रही है। इस करके पकाया की है क्रिया अते किस उपर क्रिया हो रही है किस उपर काम हो रहा है रात दा खाना। सो उसने विशा पकाया क्रिया अते ऑब्जैक्ट की है रात दा खाना। अगली उदाहरण उसने फुटबॉल नूं लत्त मारी। इस विच कौन काम कर रहा है की विशा है उसने अते क्रिया की हो रही है लत्त मारन दी क्रिया हो रही है। इस करके लत्त मारी की है क्रिया ते किस उपर काम हो रहा है फुटबॉल दे उपर काम हो रहा है ते ऑब्जैक्ट की हो गया फुटबॉल। सो विशा उसने क्रिया लत्त मारी ऑब्जैक्ट फुटबॉल नूं उसने फुटबॉल नूं लत्त मारी। हाँ जी अगली उदाहरण दिया अते संजय ने बोतल तोड़ दी। इस विच काम कौन कर रहा है क्रिया कौन कर रहा है
ਦੀਆ ਅਤੇ ਸੰਜੇ ਦੋ ਜਣੇ ਹਨ ਜੋ ਕਿਰਿਆ ਕਰ ਰਹੇ ਹਨ ਅਤੇ ਕੀ ਕੰਮ ਕਰ ਰਹੇ ਹਨ। ਉਹ ਕੀ ਕਿਰਿਆ ਕਰ ਰਹੇ ਹਨ? ਤੋੜਨ ਦੀ ਕਿਰਿਆ ਕਰ ਰਹੇ ਹਨ। ਤੋੜ ਦਿੱਤੀ। ਤੇ ਇਸ ਵਿੱਚ ਆਬਜੈਕਟ ਕਿਸ ਉੱਪਰ ਕੰਮ ਹੋ ਰਿਹਾ ਹੈ ਜਾਂ ਕਿਰਿਆ ਨੂੰ ਪ੍ਰਾਪਤ ਕੌਣ ਕਰ ਰਿਹਾ ਹੈ? ਬੋਤਲ। ਸੋ ਇਸ ਵਿੱਚ ਆਬਜੈਕਟ ਕੀ ਹੋ ਗਿਆ? ਬੋਤਲ। ਸੋ ਇਹਨਾਂ ਉਦਾਹਰਨਾਂ ਦੇ ਵਿੱਚ ਆਪਾਂ ਵਾਕ ਦੇ ਵੱਖ-ਵੱਖ ਅੰਗਾਂ ਬਾਰੇ ਪੜ੍ਹਿਆ ਕਿ ਕਿਸ ਤਰ੍ਹਾਂ ਵਾਕ ਦੇ ਵਿੱਚ ਮੇਨ 3 ਅੰਗ ਹੁੰਦੇ ਹਨ। ਇਸ ਦਾ ਵਿਸ਼ਾ, ਕਿਰਿਆ ਅਤੇ ਆਬਜੈਕਟ। ਆਓ ਬੱਚਿਓ, ਹੁਣ ਆਪਾਂ ਵਾਕ ਵਿੱਚ ਵਸਤੂਆਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਲਵਾਂਗੇ ਕਿ ਇੱਕ ਵਾਕ ਦੀਆਂ ਕਿਹੜੀਆਂ-ਕਿਹੜੀਆਂ ਵਸਤੂਆਂ ਹੁੰਦੀਆਂ ਹਨ। ਪਹਿਲਾਂ ਆਪਾਂ ਪੜ੍ਹਦੇ ਹਾਂ। ਵਾਕ ਵਿਚਲੀ ਇਕਾਈ ਸਿੱਧੀ ਜਾਂ ਅਸਿੱਧੀ ਹੋ ਸਕਦੀ ਹੈ। ਸਿੱਧੇ ਆਬਜੈਕਟ ਉਹ ਹੁੰਦੇ ਹਨ ਜੋ ਕਿਰਿਆ ਸ਼ਬਦ ਕਿਰਿਆ ਦੁਆਰਾ ਸਿੱਧੇ ਕਿਰਿਆਸ਼ੀਲ ਹੁੰਦੇ ਹਨ, ਜੋ ਕਿਰਿਆ ਪੜ੍ਹੀ ਹੈ ਅਤੇ ਅਸੀਂ ਪੁੱਛਦੇ ਹਾਂ। ਜਿਵੇਂ ਕਿ ਦਿਵਿਆ ਕੀ ਪੜ੍ਹਦੀ ਹੈ? ਜਵਾਬ ਕਿਤਾਬ ਹੈ, ਜੋ ਕਿ ਸਿੱਧੀ ਇਕਾਈ ਹੈ। ਇੱਕ ਸਿੱਧੀ ਵਸਤੂ ਇਸ ਸਵਾਲ ਦਾ ਜਵਾਬ ਕੀ ਹੈ? ਹੁਣ ਇਸ ਵਾਕ ਵਿੱਚ ਦਿਵਿਆ ਕੀ ਪੜ੍ਹਦੀ ਹੈ? ਸਿੱਧਾ ਹੀ ਪੁੱਛਿਆ ਜਾ ਰਿਹਾ ਹੈ ਕਿ ਦਿਵਿਆ ਕੀ ਪੜ੍ਹਦੀ ਹੈ, ਭਾਵ ਕਿ ਕੀ ਜਿਹੜਾ ਆ ਉਹ ਸਿੱਧੀ ਇਕਾਈ ਹੈ। ਸੋ ਇਸ ਦਾ ਜਵਾਬ ਕੀ ਹੈ? ਜਦੋਂ ਵਾਕ ਦੇ ਵਿੱਚ ਸਿੱਧੇ ਤੌਰ 'ਤੇ ਪੁੱਛਿਆ ਗਿਆ ਆ ਕਿ ਕੀ ਕੰਮ ਹੋ ਰਿਹਾ ਆ, ਉਸ ਨੂੰ ਆਪਾਂ ਵਾਕ ਦੀ ਸਿੱਧੀ ਇਕਾਈ ਆਖਾਂਗੇ। ਦਿਵਿਆ ਕੀ ਪੜ੍ਹਦੀ ਹੈ? ਇਸ ਦਾ ਜਵਾਬ ਕਿਤਾਬ ਹੋ ਗਿਆ ਤੇ ਇਸ ਸਵਾਲ ਦਾ ਜਵਾਬ ਕੀ ਹੋ ਗਿਆ? ਕੀ। ਹਾਂਜੀ, ਹੁਣ ਬੱਚਿਓ ਆਪਾਂ ਵਾਕ ਵਿੱਚ ਪ੍ਰਤੱਖ ਵਸਤੂ ਬਾਰੇ ਪੜ੍ਹਾਂਗੇ। ਇੱਕ ਪ੍ਰਤੱਖ ਵਸਤੂ ਪ੍ਰਸ਼ਨਾਂ ਦੇ ਉੱਤਰ ਦਿੰਦੀ ਹੈ, ਜਿਵੇਂ ਕਿਸ ਨੂੰ ਅਤੇ ਕਿਸ ਲਈ। ਇੱਕ ਉਦਾਹਰਨ ਦੇ ਰਾਹੀਂ ਤੁਹਾਨੂੰ ਇਹ ਸਪਸ਼ਟ ਕਰਦੇ ਹਾਂ। ਅਬਦੁਲ ਨੇ ਆਪਣੀ ਮਾਂ ਨੂੰ ਇੱਕ ਤੋਹਫਾ ਦਿੱਤਾ। ਇਸ ਵਾਕ ਦੇ ਵਿੱਚ ਕਿਰਿਆ ਦਿੱਤਾ ਹੈ ਅਤੇ ਇਸ ਵਿੱਚ 2 ਆਬਜੈਕਟ ਹਨ, ਤੋਹਫਾ ਅਤੇ ਮਾਂ। ਅਬਦੁਲ ਨੇ ਕੀ ਦਿੱਤਾ? ਤੋਹਫਾ। ਅਬਦੁਲ ਨੇ ਕਿਸ ਨੂੰ ਦਿੱਤਾ? ਮਾਂ ਨੂੰ। ਇੱਥੇ ਤੋਹਫਾ ਕੀ ਹੈ? ਸਿੱਧੀ ਇਕਾਈ ਤੇ ਉਸ ਦੀ ਮਾਂ ਅਸਿੱਧੀ ਵਸਤੂ ਹੈ। ਸੋ ਇਸ ਉਦਾਹਰਨ ਵਿੱਚ ਅਬਦੁਲ ਨੇ ਆਪਣੀ ਮਾਂ ਨੂੰ ਇੱਕ ਤੋਹਫਾ ਦਿੱਤਾ। ਇਸ ਵਿੱਚ ਕਿਰਿਆ ਕੀ ਹੋ ਰਹੀ ਹੈ? ਦਿੱਤਾ ਹੈ, ਭਾਵ ਕੁਝ ਦੇਣ ਦੀ ਕਿਰਿਆ ਹੋ ਰਹੀ ਹੈ। ਪਰ ਇਸ ਵਾਕ ਵਿੱਚ ਬੱਚਿਓ 2 ਆਬਜੈਕਟ ਹਨ। 2 ਆਬਜੈਕਟ ਕਿਹੜੇ-ਕਿਹੜੇ ਹਨ? ਪਹਿਲਾ ਆਬਜੈਕਟ ਹੈ ਤੋਹਫਾ ਅਤੇ ਦੂਜਾ ਆਬਜੈਕਟ ਮਾਂ ਨੂੰ। ਔਰ ਅਬਦੁਲ ਕੀ ਹੈ ਇਸ ਵਾਕ ਦੇ ਵਿੱਚ? ਵਿਸ਼ਾ। ਔਰ ਕਿਰਿਆ ਕੀ ਹੈ ਇਸ ਵਾਕ ਦੇ ਵਿੱਚ? ਦਿੱਤਾ ਹੈ। ਸੋ ਇਸ ਵਾਕ ਵਿੱਚ 4 ਚੀਜ਼ਾਂ ਹਨ। ਪਹਿਲਾ ਵਿਸ਼ਾ ਅਬਦੁਲ, ਦੂਸਰੀ ਕਿਰਿਆ ਦਿੱਤਾ ਹੈ ਅਤੇ ਇਸ ਵਿੱਚ 2 ਆਬਜੈਕਟ ਹਨ, ਤੋਹਫਾ ਅਤੇ ਮਾਂ ਨੂੰ। ਸੋ ਇਸ ਦੀਆਂ 2 ਇਕਾਈਆਂ ਹਨ, ਸਿੱਧੀ ਅਤੇ ਅਸਿੱਧੀ ਇਕਾਈ। ਇੱਥੇ ਜੋ ਤੋਹਫਾ ਹੈ ਉਹ ਸਿੱਧੀ ਇਕਾਈ ਹੈ ਅਤੇ ਜੋ ਅਬਦੁਲ ਦੀ ਮਾਂ ਹੈ ਉਹ ਕੀ ਹੈ? ਅਸਿੱਧੀ ਵਸਤੂ ਹੈ। ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਕੁਝ ਵਾਕਾਂ ਵਿੱਚ ਸਿਰਫ ਸਿੱਧੇ ਆਬਜੈਕਟ ਹੁੰਦੇ ਹਨ, ਜਦੋਂ ਕਿ ਕੁਝ ਦੇ ਵਿੱਚ ਸਿੱਧੇ ਅਤੇ ਅਸਿੱਧੇ ਦੋਵੇਂ ਆਬਜੈਕਟ ਹੁੰਦੇ ਹਨ। ਜਿਵੇਂ ਕਿ ਇਸ ਉਦਾਹਰਨ ਵਿੱਚ ਆਪ ਜੀ ਨੂੰ ਸਪਸ਼ਟ ਕੀਤਾ ਗਿਆ ਹੈ ਕਿ ਅਬਦੁਲ ਨੇ ਆਪਣੀ ਮਾਂ ਨੂੰ ਇੱਕ ਤੋਹਫਾ ਦਿੱਤਾ। ਅਬਦੁਲ ਵਿਸ਼ਾ, ਦਿੱਤਾ ਹੈ ਕਿਰਿਆ ਅਤੇ ਤੋਹਫਾ ਅਤੇ ਮਾਂ ਨੂੰ, ਇਹ ਦੋਵੇਂ ਕੀ ਹਨ? ਆਬਜੈਕਟ। ਤੋਹਫਾ ਜੋ ਹੈ ਕੀ ਦਿੱਤਾ ਹੈ? ਤੋਹਫਾ। ਅਤੇ ਕਿਸ ਨੂੰ ਦਿੱਤਾ ਹੈ? ਮਾਂ ਨੂੰ। ਤੋਹਫਾ ਸਿੱਧੀ ਇਕਾਈ ਹੈ ਅਤੇ ਮਾਂ ਅਸਿੱਧੀ ਇਕਾਈ ਹੈ। ਸੋ ਇਸ ਵਿੱਚ ਦੋਵੇਂ ਆਬਜੈਕਟ ਆਏ ਹਨ, ਸਿੱਧੇ ਅਤੇ ਅਸਿੱਧੇ ਦੋਵੇਂ ਆਬਜੈਕਟ। ਬੱਚਿਓ ਆਪਾਂ ਸਿੱਧੇ ਅਤੇ ਅਸਿੱਧੇ ਆਬਜੈਕਟ ਇਹਨਾਂ ਨੂੰ ਹੋਰ ਸਪਸ਼ਟ ਕਰਨ ਲਈ ਕੁਝ ਉਦਾਹਰਨਾਂ ਦਾ ਸਹਾਰਾ ਲਵਾਂਗੇ। ਇਹਨਾਂ ਉਦਾਹਰਨਾਂ ਨੂੰ ਪੜ੍ਹਾਂਗੇ ਤਾਂ ਆਪਾਂ ਨੂੰ ਪੂਰੀ ਤਰ੍ਹਾਂ ਸਪਸ਼ਟ ਹੋ ਜਾਵੇਗਾ
ਕਿ ਸਿੱਧੇ ਅਤੇ ਅਸਿੱਧੇ ਆਬਜੈਕਟ ਕਿਵੇਂ ਵਾਕ ਦੇ ਵਿੱਚ ਕਿਰਿਆਸ਼ੀਲ ਹੁੰਦੇ ਹਨ। ਸੋ ਪਹਿਲੀ ਆਪਾਂ ਉਦਾਹਰਨ ਪੜ੍ਹਦੇ ਹਾਂ। ਸੰਜੇ ਨੇ ਸਬਜ਼ੀਆਂ ਖਰੀਦੀਆਂ। ਇਸ ਵਿੱਚ ਬੱਚਿਓ ਕਿਰਿਆ ਕੀ ਹੋ ਰਹੀ ਹੈ? ਖਰੀਦਣ ਦੀ ਕਿਰਿਆ ਹੋ ਰਹੀ ਹੈ। ਸੋ ਖਰੀਦਿਆ ਕੀ ਆ ਗਿਆ? ਕਿਰਿਆ। ਔਰ ਕਿਰਿਆ ਦੇ ਨਾਲ ਕੀ ਖਰੀਦਿਆ ਜਾ ਰਿਹਾ ਹੈ? ਕਿਰਿਆ ਪਲੱਸ ਕੀ ਹੈ? ਸਬਜ਼ੀਆਂ। ਔਰ ਇਸ ਵਿੱਚ ਸਿੱਧਾ ਜਿਹੜਾ ਆਬਜੈਕਟ ਹੈ ਉਹ ਕੀ ਹੈ? ਸਬਜ਼ੀਆਂ। ਔਰ ਇਸ ਦਾ ਵਿਸ਼ਾ ਕੀ ਹੈ? ਸੰਜੇ। ਸੰਜੇ ਨੇ ਸਬਜ਼ੀਆਂ ਖਰੀਦੀਆਂ। ਸੋ ਆਪਾਂ ਸਿੱਧੇ ਆਬਜੈਕਟ ਦੀ ਗੱਲ ਕਰਦੇ ਹਾਂ। ਸਿੱਧਾ ਆਬਜੈਕਟ ਆਪਣੇ ਇਸ ਵਿੱਚ ਕੀ ਆ ਗਿਆ? ਸਿੱਧੀ ਵਸਤੂ ਸਬਜ਼ੀਆਂ। ਅਗਲੀ ਉਦਾਹਰਨ ਬੱਚਿਓ, ਫਾਤਿਮਾ ਅਤੇ ਸੋਨੀਆ ਨੇ ਟੈਨਿਸ ਖੇਡਿਆ। ਇਸ ਵਿੱਚ ਕਿਰਿਆ ਹੋ ਰਹੀ ਹੈ ਖੇਡਣ ਦੀ। ਖੇਡਿਆ ਜੋ ਹੈ ਉਹ ਕਿਰਿਆ ਹੈ। ਕਿਰਿਆ ਪਲੱਸ ਕੀ? ਟੈਨਿਸ। ਕੀ ਖੇਡਿਆ ਜਾ ਰਿਹਾ ਹੈ? ਟੈਨਿਸ। ਔਰ ਇਸ ਵਿੱਚ ਸਿੱਧੀ ਵਸਤੂ ਕੀ ਆ ਗਈ? ਟੈਨਿਸ। ਸਿੱਧੇ ਤੌਰ 'ਤੇ ਹੀ ਦੱਸਿਆ ਜਾ ਰਿਹਾ ਹੈ ਕਿ ਟੈਨਿਸ ਖੇਡਿਆ ਜਾ ਰਿਹਾ ਹੈ। ਫਾਤਿਮਾ ਅਤੇ ਸੋਨੀਆ ਦੋਨੋਂ ਵਿਸ਼ਾ ਹੋ ਗਏ। ਟੈਨਿਸ ਸਿੱਧੀ ਵਸਤੂ ਹੋ ਗਈ ਔਰ ਜੋ ਖੇਡਿਆ ਹੈ ਉਹ ਕਿਰਿਆ ਹੋ ਗਈ। ਹਾਂਜੀ, ਅਗਲੀ ਉਦਾਹਰਨ ਨੂੰ ਪੜ੍ਹੋ। ਉਸ ਨੇ ਮੈਨੂੰ ਸੰਤਰੇ ਦੀ ਪੇਸ਼ਕਸ਼ ਕੀਤੀ। ਇਸ ਵਿੱਚ ਬੱਚਿਓ ਕਿਰਿਆ ਹੋ ਰਹੀ ਹੈ ਦੀ ਪੇਸ਼ਕਸ਼ ਕੀਤੀ। ਔਰ ਕਾਹਦੀ ਪੇਸ਼ਕਸ਼ ਕੀਤੀ? ਸੰਤਰੇ ਦੀ। ਇਸ ਦੇ ਨਾਲ ਕਿਰਿਆ ਪਲੱਸ ਕੀ ਆ ਗਿਆ? ਸੰਤਰਾ। ਔਰ ਕਿਸ ਨੂੰ ਪੇਸ਼ਕਸ਼ ਕੀਤੀ? ਮੈਨੂੰ ਪੇਸ਼ਕਸ਼ ਕੀਤੀ। ਔਰ ਇਸ ਵਿੱਚ ਸਿੱਧੀ ਵਸਤੂ ਕੀ ਆਏਗੀ? ਸੰਤਰਾ। ਔਰ ਅਸਿੱਧੀ ਵਸਤੂ ਕੀ ਆਏਗੀ? ਮੈਨੂੰ। ਸੋ ਇਸ ਉਦਾਹਰਨ ਦੇ ਵਿੱਚ ਦੋ ਤਰ੍ਹਾਂ ਦੇ ਆਬਜੈਕਟ ਕਿਰਿਆਸ਼ੀਲ ਹਨ, ਸਿੱਧੇ ਅਤੇ ਅਸਿੱਧੇ ਤੌਰ 'ਤੇ। ਸਿੱਧਾ ਜੋ ਆਬਜੈਕਟ ਹੈ ਉਹ ਹੈ ਸੰਤਰਾ ਔਰ ਅਸਿੱਧਾ ਆਬਜੈਕਟ ਜੋ ਹੈ ਮੈਨੂੰ। ਉਸ ਨੇ ਮੈਨੂੰ ਸੰਤਰੇ ਦੀ ਪੇਸ਼ਕਸ਼ ਕੀਤੀ। ਹਾਂਜੀ, ਅਗਲੀ ਉਦਾਹਰਨ ਹੈ, ਅਧਿਆਪਕ ਨੇ ਸਾਨੂੰ ਹੋਮਵਰਕ ਦਿੱਤਾ। ਇਸ ਵਿੱਚ ਕੀ ਹੋਣ ਦੀ ਕਿਰਿਆ ਹੈ? ਦਿੱਤਾ। ਔਰ ਕੀ ਹੋ ਰਿਹਾ ਹੈ? ਹੋਮਵਰਕ, ਘਰ ਦਾ ਕੰਮ। ਔਰ ਇਸ ਵਿੱਚ ਕਿਸ ਨੂੰ ਕਿਹਾ ਜਾ ਰਿਹਾ ਹੈ? ਘਰ ਦਾ ਕੰਮ ਕਿਸ ਨੂੰ ਦਿੱਤਾ ਜਾ ਰਿਹਾ ਹੈ? ਸਾਨੂੰ। ਔਰ ਇਸ ਵਿੱਚ ਸਿੱਧੀ ਵਸਤੂ ਕੀ ਹੈ? ਘਰ ਦਾ ਕੰਮ। ਔਰ ਅਸਿੱਧੇ ਤੌਰ 'ਤੇ ਕਿਸ ਨੂੰ ਕਿਹਾ ਜਾ ਰਿਹਾ ਹੈ? ਸਾਨੂੰ। ਸੋ ਇਸ ਵਿੱਚ ਵੀ ਦੋ ਤਰ੍ਹਾਂ ਦੇ ਆਬਜੈਕਟ ਜੋ ਆਏ ਹਨ, ਸਿੱਧੇ ਅਤੇ ਅਸਿੱਧੇ ਆਬਜੈਕਟ। ਸਿੱਧੇ ਆ ਗਏ ਹਨ ਘਰ ਦਾ ਕੰਮ ਔਰ ਅਸਿੱਧੇ ਤੌਰ 'ਤੇ ਆਏ ਹਨ ਸਾਨੂੰ। ਸੋ ਇਹਨਾਂ ਉਦਾਹਰਨਾਂ ਤੋਂ ਬੱਚਿਓ ਤੁਹਾਨੂੰ ਸਮਝ ਆ ਗਈ ਹੋਏਗੀ ਸਿੱਧੇ ਅਤੇ ਅਸਿੱਧੇ ਆਬਜੈਕਟ ਜੋ ਵਾਕ ਦੇ ਵਿੱਚ ਕਿਰਿਆਸ਼ੀਲ ਹੁੰਦੇ ਹਨ। ਆਓ ਬੱਚਿਓ ਹੁਣ ਆਪਾਂ ਵਾਕਾਂ ਦੀਆਂ ਵੱਖ-ਵੱਖ ਕਿਸਮਾਂ ਬਾਰੇ ਜਾਣਕਾਰੀ ਲਈਏ। ਵਾਕਾਂ ਦੀਆਂ ਕਿਸਮਾਂ। ਐਕਟਿਵ ਅਤੇ ਪੈਸਿਵ ਵਾਕ। ਉਦਾਹਰਨ ਪੜ੍ਹੋ। ਸੰਜੇ ਨੇ ਸ਼ੀਸ਼ਾ ਤੋੜ ਦਿੱਤਾ। ਗਲਾਸ ਸੰਜੇ ਨੇ ਤੋੜਿਆ ਸੀ। ਇਹਨਾਂ ਦੋਵਾਂ ਵਾਕਾਂ ਵਿੱਚ ਕਿਰਿਆ ਸ਼ੀਸ਼ੇ ਨੂੰ ਤੋੜ ਰਹੀ ਹੈ, ਪਰ ਦੋਵਾਂ ਵਾਕਾਂ ਦਾ ਵਿਸ਼ਾ ਵੱਖਰਾ ਹੈ। ਪਹਿਲੇ ਵਾਕ ਵਿੱਚ ਵਿਸ਼ਾ ਸੰਜੇ ਕਾਰਜ ਕਰਦਾ ਹੈ ਅਤੇ ਦੂਜੇ ਵਾਕ ਵਿੱਚ ਵਿਸ਼ਾ ਸ਼ੀਸ਼ਾ ਕਿਰਿਆ ਪ੍ਰਾਪਤ ਕਰਦਾ ਹੈ। ਹਾਂਜੀ ਬੱਚਿਓ, ਇਸ ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ ਕਿ ਪਹਿਲੇ ਵਾਕ ਵਿੱਚ ਸੰਜੇ ਨੇ ਸ਼ੀਸ਼ਾ ਤੋੜ ਦਿੱਤਾ। ਹੁਣ ਕਿਰਿਆ ਕਿਸ ਦੁਆਰਾ ਹੋ ਰਹੀ ਹੈ? ਕਿਰਿਆ ਜੋ ਹੈ ਸੰਜੇ ਦੇ ਦੁਆਰਾ ਹੋ ਰਹੀ ਹੈ। ਔਰ ਕਿਸ ਉੱਪਰ ਕਿਰਿਆ ਹੋ ਰਹੀ ਹੈ? ਗਲਾਸ ਦੇ ਉੱਪਰ ਕਿਰਿਆ ਹੋ ਰਹੀ ਹੈ। ਗਲਾਸ ਨੂੰ ਤੋੜਿਆ ਜਾ ਰਿਹਾ ਹੈ। ਭਾਵ ਜੋ ਗਲਾਸ ਹੈ ਉਹ ਕੀ ਹੈ? ਇਸ ਦਾ ਆਬਜੈਕਟ। ਅਤੇ ਵਾਕ ਦੇ ਵਿੱਚ ਕੀ ਕਿਰਿਆ ਹੋ ਰਹੀ ਹੈ? ਵਾਕ ਦੇ ਵਿੱਚ ਕੀ ਕੰਮ ਹੋ ਰਿਹਾ ਹੈ? ਵਾਕ ਦੇ ਵਿੱਚ ਤੋੜਨ ਦਾ ਕੰਮ ਹੋ ਰਿਹਾ ਹੈ। ਸੋ ਸੰਜੇ ਇੱਕ ਵਿਸ਼ਾ ਹੈ ਜਿਸ ਦੁਆਰਾ ਕੰਮ ਕੀਤਾ ਜਾ ਰਿਹਾ ਹੈ। ਤੋੜਨ ਦੀ ਕਿਰਿਆ ਹੋ ਰਹੀ ਹੈ। ਔਰ ਜੋ ਸ਼ੀਸ਼ਾ ਹੈ ਉਹ ਕੀ ਹੈ? ਇਸ ਦਾ ਆਬਜੈਕਟ। ਹੁਣ ਦੂਜੇ ਵਾਕ ਨੂੰ ਪੜ੍ਹੋ। ਗਲਾਸ ਸੰਜੇ ਨੇ ਤੋੜਿਆ ਸੀ। ਇਸ ਵਾਕ ਵਿੱਚ ਕਿਰਿਆ ਕੌਣ ਪ੍ਰਾਪਤ ਕਰ ਰਿਹਾ ਹੈ? ਇਸ ਵਿੱਚ ਜੋ ਗਲਾਸ ਹੈ
ਉਹ ਕਿਰਿਆ ਪ੍ਰਾਪਤ ਕਰ ਰਿਹਾ ਹੈ। ਇਸ ਤਰ੍ਹਾਂ ਇਹ ਪੈਸਿਵ ਵਾਕ ਦੀ ਇੱਕ ਕਿਸਮ ਹੈ। ਅਤੇ ਪਹਿਲੀ ਉਦਾਹਰਨ, ਸੰਜੇ ਨੇ ਸ਼ੀਸ਼ਾ ਤੋੜ ਦਿੱਤਾ, ਇਹ ਕੀ ਹੈ? ਐਕਟਿਵ ਵਾਕ ਦੀ ਕਿਸਮ ਹੈ। ਇਹ ਦੋ ਕਿਸਮਾਂ ਹੁੰਦੀਆਂ ਹਨ, ਐਕਟਿਵ ਅਤੇ ਪੈਸਿਵ ਵਾਕ। ਜਦੋਂ ਡਾਇਰੈਕਟ ਵੇ ਨਾਲ ਕੰਮ ਕੀਤਾ ਜਾਵੇ ਉਸ ਨੂੰ ਐਕਟਿਵ ਵਾਕ ਕਹਿੰਦੇ ਹਨ, ਅਤੇ ਜਦੋਂ ਇਨਡਾਇਰੈਕਟ ਵੇ ਦੇ ਨਾਲ ਅਸਿੱਧੇ ਤੌਰ 'ਤੇ ਜਿਹੜਾ ਵਿਸ਼ਾ ਆ ਉਹ ਕਿਰਿਆ ਨੂੰ ਪ੍ਰਾਪਤ ਕਰਦਾ ਆ ਤਾਂ ਉਸ ਨੂੰ ਪੈਸਿਵ ਵਾਕ ਕਹਿੰਦੇ ਹਨ। ਜਿਵੇਂ ਕਿ ਇਹਨਾਂ ਉਦਾਹਰਨਾਂ ਤੋਂ ਸਪਸ਼ਟ ਹੈ, ਸੰਜੇ ਨੇ ਸ਼ੀਸ਼ਾ ਤੋੜ ਦਿੱਤਾ। ਸੈਕਿੰਡ, ਗਲਾਸ ਸੰਜੇ ਨੇ ਤੋੜਿਆ ਸੀ। ਆਓ ਬੱਚਿਓ ਆਪਾਂ ਐਕਟਿਵ ਅਤੇ ਪੈਸਿਵ ਬਾਰੇ ਹੋਰ ਜਾਣਕਾਰੀ ਲੈਂਦੇ ਹਾਂ। ਐਕਟਿਵ ਕਿਰਿਆਸ਼ੀਲ ਵਿਸ਼ਾ, ਜਿੱਥੇ ਵਿਸ਼ਾ ਇੱਕ ਕਿਰਿਆ ਕਰਦਾ ਹੈ ਉਸ ਨੂੰ ਕਿਰਿਆਸ਼ੀਲ ਆਵਾਜ਼ ਵਿੱਚ ਜਾਣਿਆ ਜਾਂਦਾ ਹੈ। ਪੈਸਿਵ ਉਹ ਸ਼ਬਦ ਜਿਸ ਵਿੱਚ ਵਿਸ਼ਾ ਪ੍ਰਾਪਤ ਕਰਦਾ ਹੈ ਇੱਕ ਕਿਰਿਆ ਨੂੰ ਪੈਸਿਵ ਹੋਣ ਲਈ ਜਾਣਿਆ ਜਾਂਦੀ ਆਵਾਜ਼ ਹੈ। ਸੋ ਬੱਚਿਓ, ਐਕਟਿਵ ਅਤੇ ਪੈਸਿਵ ਜਿਹੜੇ ਸੈਂਟੈਂਸ ਹਨ ਉਹਨਾਂ ਦੀਆਂ ਆਪਾਂ ਉਦਾਹਰਨਾਂ ਪੜ੍ਹਦੇ ਹਾਂ। ਉਹਨਾਂ ਤੋਂ ਤੁਹਾਨੂੰ ਸਪਸ਼ਟ ਹੋ ਜਾਵੇਗਾ ਕਿ ਕਿਹੜਾ ਕੰਮ ਸਿੱਧੇ ਤੌਰ 'ਤੇ ਕੀਤਾ ਜਾ ਰਿਹਾ ਹੈ ਔਰ ਕਿਸ ਨੂੰ ਥੋੜ੍ਹਾ ਅਸਿੱਧੇ ਤੌਰ 'ਤੇ ਕੀਤਾ ਜਾ ਰਿਹਾ ਹੈ। ਉਸ ਨੇ ਇੱਕ ਪੱਤਰ ਲਿਖਿਆ। ਹੁਣ ਇਹ ਸਿੱਧੇ ਤੌਰ 'ਤੇ ਇੱਕ ਪੱਤਰ ਲਿਖਿਆ ਜਾ ਰਿਹਾ ਹੈ, ਸਿੱਧੇ ਤੌਰ 'ਤੇ ਵਾਕ ਆਇਆ ਹੈ, ਸਿੱਧੇ ਤੌਰ 'ਤੇ ਆਵਾਜ਼ ਆ ਰਹੀ ਹੈ ਕਿ ਉਸ ਨੇ ਇੱਕ ਪੱਤਰ ਲਿਖਿਆ। ਹੁਣ ਇਸ ਦੀ ਪੈਸਿਵ ਆਵਾਜ਼ ਕੀ ਆਏਗੀ? ਉਸ ਵੱਲੋਂ ਇੱਕ ਪੱਤਰ ਲਿਖਿਆ ਗਿਆ ਸੀ। ਦੂਸਰੀ ਉਦਾਹਰਨ ਪੜ੍ਹੋ, ਉਸ ਨੇ ਦਰਵਾਜ਼ਾ ਖੋਲ੍ਹਿਆ। ਹੁਣ ਇਸ ਦੀ ਪੈਸਿਵ ਆਵਾਜ਼ ਕੀ ਆਏਗੀ? ਉਸ ਦੁਆਰਾ ਦਰਵਾਜ਼ਾ ਖੋਲ੍ਹਿਆ ਗਿਆ ਸੀ। ਹਾਂਜੀ, ਹੁਣ ਐਕਟਿਵ ਆਵਾਜ਼ ਅਗਲੀ ਉਦਾਹਰਨ ਦੀ, ਮੋਹਨ ਨੇ ਬਾਂਸਰੀ ਵਜਾਈ। ਔਰ ਇਸ ਸੈਂਟੈਂਸ ਦੀ ਪੈਸਿਵ ਆਵਾਜ਼ ਕੀ ਹੋਏਗੀ? ਬੰਸਰੀ ਮੋਹਨ ਦੁਆਰਾ ਵਜਾਈ ਗਈ। ਸੋ ਇਹਨਾਂ ਉਦਾਹਰਨਾਂ ਤੋਂ ਬੱਚਿਓ ਤੁਹਾਨੂੰ ਐਕਟਿਵ ਅਤੇ ਪੈਸਿਵ ਸੈਂਟੈਂਸ ਬਾਰੇ ਪਤਾ ਚੱਲ ਗਿਆ ਹੋਏਗਾ। ਆਓ ਬੱਚਿਓ ਹੁਣ ਆਪਾਂ ਜੋ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਕਿ ਹਰ ਵਾਕ ਦਾ ਇੱਕ ਵੱਖਰਾ ਉਦੇਸ਼ ਹੁੰਦਾ ਹੈ ਅਤੇ ਤੁਹਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਵਾਕ ਖਤਮ ਕਿਵੇਂ ਹੁੰਦਾ ਹੈ। ਜੇ ਕੋਈ ਬੋਲ ਰਿਹਾ ਹੈ ਉਸ ਦਾ ਕੀ ਉਦੇਸ਼ ਹੈ ਅਤੇ ਉਹ ਕਿਸ ਤਰ੍ਹਾਂ ਆਪਣਾ ਵਾਕ ਖਤਮ ਕਰ ਰਿਹਾ ਹੈ। ਜਿਵੇਂ ਕਿ ਪਹਿਲਾ ਸੈਂਟੈਂਸ ਦੇਖੋ, ਹੂ ਬ੍ਰੋਕ ਦਾ ਬੋਟਲ। ਇਹ ਪ੍ਰਸ਼ਨਵਾਚਕ ਵਾਕ ਹੈ ਬੱਚਿਓ। ਇਸ ਵਿੱਚ ਪ੍ਰਸ਼ਨ ਪੁੱਛਿਆ ਗਿਆ ਹੈ ਕਿ ਬੋਤਲ ਕਿਸ ਨੇ ਤੋੜੀ ਹੈ, ਬੋਤਲ ਨੂੰ ਕਿਸ ਨੇ ਤੋੜਿਆ ਹੈ। ਸੋ ਇਸ ਵਿੱਚ ਕੁਐਸਚਨ ਪੁੱਛਿਆ ਗਿਆ ਹੈ, ਇਸ ਦਾ ਉਦੇਸ਼ ਇੱਕ ਪ੍ਰਸ਼ਨ ਪੁੱਛਣਾ ਹੈ। ਇਸ ਕਰਕੇ ਇਹ ਵਾਕ ਕੀ ਹੈ? ਇੱਕ ਪ੍ਰਸ਼ਨਵਾਚਕ ਵਾਕ ਹੈ ਜਿਸ ਵਿੱਚ ਕਿਸੇ ਕੋਲੋਂ ਕੁਝ ਪੁੱਛਿਆ ਗਿਆ ਹੋਵੇ, ਕੀ ਹੈ, ਕਿਸ ਨੂੰ ਹੈ, ਕਿਹਨੂੰ ਹੈ। ਇਸ ਤਰ੍ਹਾਂ ਇਹ ਪ੍ਰਸ਼ਨਵਾਚਕ ਵਾਕ ਹੈ, ਇਸ ਦਾ ਉਦੇਸ਼ ਪ੍ਰਸ਼ਨ ਪੁੱਛਣਾ ਹੈ। ਦੂਸਰਾ ਦੇਖੋ ਬੇਟਾ, ਸੰਜੇ ਬ੍ਰੋਕ ਦਾ ਬੋਟਲ। ਹਾਂਜੀ, ਦੂਸਰੇ ਵਿੱਚ ਉੱਤਰ ਦਿੱਤਾ ਗਿਆ ਹੈ। ਪਹਿਲੇ ਵਿੱਚ ਪ੍ਰਸ਼ਨ ਪੁੱਛਿਆ ਗਿਆ ਸੀ, ਹੁਣ ਦੂਸਰੇ ਵਿੱਚ ਉੱਤਰ ਦਿੱਤਾ ਗਿਆ ਹੈ। ਇੱਕ ਸਟੇਟਮੈਂਟ ਦਿੱਤੀ ਗਈ ਹੈ ਕਿ ਸੰਜੇ ਨੇ ਇਹ ਬੋਤਲ ਤੋੜੀ ਹੈ। ਸੋ ਇਸ ਵਿੱਚ ਇੱਕ ਸਧਾਰਨ ਸਟੇਟਮੈਂਟ ਦਿੱਤੀ ਗਈ ਹੈ। ਇਸ ਵਾਕ ਦਾ ਉਦੇਸ਼ ਇੱਕ ਸਟੇਟਮੈਂਟ ਦੇਣਾ ਹੈ। ਪਹਿਲੇ ਵਿੱਚ ਉੱਤਰ ਸੀ, ਦੂਸਰੇ ਵਿੱਚ ਸਟੇਟਮੈਂਟ। ਔਰ ਤੀਸਰਾ ਬੱਚਿਓ ਪੜ੍ਹੋ, ਨੋ ਆਈ ਡਿਡ ਨੋਟ। ਹਾਂਜੀ, ਇਸ ਵਿੱਚ ਜਵਾਬ ਦਿੱਤਾ ਗਿਆ ਹੈ, ਇੱਕ ਰਿਐਕਸ਼ਨ ਕੀਤਾ ਗਿਆ ਹੈ। ਜਿਵੇਂ ਕਿ ਦੂਸਰੇ ਸਟੇਟਮੈਂਟ ਦਿੱਤੀ ਗਈ ਸੀ ਕਿ ਸੰਜੇ ਨੇ ਬੋਤਲ ਤੋੜੀ ਅਤੇ ਉਸ 'ਤੇ ਕੀ ਰਿਐਕਸ਼ਨ ਹੋਇਆ ਕਿ ਨੋ ਆਈ ਡਿਡ ਨੋਟ, ਨਹੀਂ ਇਹ ਬੋਤਲ ਮੈਂ ਨਹੀਂ ਤੋੜੀ। ਸੋ ਇਹ ਜਿਹੜਾ ਵਾਕ ਹੈ ਇਸ ਦਾ ਉਦੇਸ਼ ਰਿਐਕਸ਼ਨ ਹੈ, ਇੱਕ ਪ੍ਰਤੀਕਿਰਿਆ ਹੋਈ ਹੈ ਇਸ 'ਤੇ। ਅਗਲਾ ਦੇਖੋ ਬੱਚੋ, ਚੌਥੇ ਵਾਕ ਨੂੰ ਪੜ੍ਹੋ, ਪਿਕ ਅਪ ਦਾ ਪੀਸਿਸ। ਇਸ ਵਿੱਚ ਹੁਕਮ ਦਿੱਤਾ ਗਿਆ ਹੈ
ਕਿ ਟੁਕੜਿਆਂ ਨੂੰ ਚੁੱਕ ਦਿਓ। ਇਸ ਤਰ੍ਹਾਂ ਇਹ ਵਾਕਾਂ ਦੀਆਂ ਵੱਖ-ਵੱਖ ਕਿਸਮਾਂ ਹਨ, ਜਿਸ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਹੈ, ਸਟੇਟਮੈਂਟ ਦਿੱਤੀ ਜਾਂਦੀ ਹੈ, ਰਿਐਕਸ਼ਨ ਹੁੰਦਾ ਹੈ, ਹੁਕਮ ਦਿੱਤਾ ਜਾਂਦਾ ਹੈ। ਸੋ ਇਹ ਵਾਕਾਂ ਦੀਆਂ ਵੱਖ-ਵੱਖ ਕਿਸਮਾਂ ਹਨ। ਸੋ ਬੱਚਿਓ, ਇਸ ਵੀਡੀਓ ਵਿੱਚ ਪਿਆਰੇ ਵਿਦਿਆਰਥੀਓ ਆਪਾਂ ਵਾਕ ਬਾਰੇ ਜਾਣਿਆ ਕਿ ਵਾਕ ਕੀ ਹੈ, ਵੱਖ-ਵੱਖ ਆਧਾਰ 'ਤੇ ਵਾਕਾਂ ਦੀਆਂ ਕਿਸਮਾਂ ਨੂੰ ਉਦਾਹਰਨਾਂ ਸਹਿਤ ਵਿਚਾਰਿਆ ਹੈ। ਔਰ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਤੋਂ ਵਾਕ ਬਾਰੇ ਕਾਫੀ ਹੱਦ ਤੱਕ ਸਿੱਖਣ ਨੂੰ ਮਿਲਿਆ ਹੈ। ਕਾਫੀ ਹੱਦ ਤੱਕ ਤੁਸੀਂ ਜਾਣਿਆ ਹੈ ਕਿ ਵਾਕ ਕੀ ਹੁੰਦਾ ਹੈ, ਵਾਕ ਦੇ ਕਿੰਨੇ ਹਿੱਸੇ ਹੁੰਦੇ ਹਨ, ਇਸ ਦੇ ਕਿੰਨੇ ਅੰਗ ਹੁੰਦੇ ਹਨ, ਔਰ ਇੱਕ ਵਾਕ ਦੇ ਵਿੱਚ ਸਿੱਧੇ ਅਤੇ ਅਸਿੱਧੇ ਆਬਜੈਕਟ ਕੀ ਹਨ। ਫਿਰ ਇਸ ਤੋਂ ਇਲਾਵਾ ਵਾਕ ਦੇ ਕੀ ਉਦੇਸ਼ ਹੁੰਦਾ ਹੈ ਵਾਕ ਦਾ, ਵਾਕ ਵਿੱਚ ਵੱਖ-ਵੱਖ ਉਦੇਸ਼ ਹੁੰਦੇ ਹਨ, ਅਤੇ ਇੱਕ ਵਾਕ ਕਿਵੇਂ ਖਤਮ ਹੁੰਦਾ ਹੈ। ਇਸ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਵਾਕ ਜਿਹੜਾ ਹੈਗਾ ਇਹ ਰਾਈਟਿੰਗ ਸਕਿੱਲ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ। ਜੇਕਰ ਆਪਾਂ ਭਾਸ਼ਾ ਦਾ ਗਿਆਨ ਹਾਸਲ ਕਰਾਂਗੇ ਤਾਂ ਉਸ ਵਿੱਚ ਜਿਹੜਾ ਲਿਖਣ ਦੀ ਮੁਹਾਰਤ ਹੈ ਉਹ ਬਹੁਤ ਜ਼ਰੂਰੀ ਹੈ, ਔਰ ਲਿਖਣ ਦੀ ਮੁਹਾਰਤ ਵਿੱਚ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਹੈ। ਭਾਸ਼ਾ ਦਾ ਗਿਆਨ ਕਰਨ ਵਾਸਤੇ ਆਪਾਂ ਨੂੰ ਭਾਸ਼ਾ ਦੀਆਂ ਵੱਖ-ਵੱਖ ਜਿਹੜੀਆਂ ਇਕਾਈਆਂ ਆ ਉਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜੇਕਰ ਇਹਨਾਂ ਇਕਾਈਆਂ ਨੂੰ ਆਪਾਂ ਸਮਝਾਂਗੇ ਤਾਂ ਹੀ ਆਪਾਂ ਭਾਸ਼ਾ ਵਿੱਚ ਮੁਹਾਰਤ ਹਾਸਲ ਕਰ ਸਕਾਂਗੇ ਅਤੇ ਆਪਣੀ ਲਿਖਣ ਦੀ ਜਿਹੜੀ ਮੁਹਾਰਤ ਹੈ, ਸੰਚਾਰ ਦੇ ਵਿੱਚ ਆਪਾਂ ਵਧੀਆ ਭੂਮਿਕਾ ਨਿਭਾ ਸਕਦੇ ਹਾਂ। ਧੰਨਵਾਦ।